वाहेगुरु 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 वाहेगुरु। वाहिगुरु साहिब जी, जे हों जाना आखां नाही, कहना कथन न जाई।
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਖਾਲਸਾ ਪੰਥ ਦੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਇਆ ਅੱਜ ਦਾ ਫਰਮਾਨ ਆਪ ਜੀ ਨੇ ਸਰਵਣ ਕੀਤਾ। ਹਜ਼ੂਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਭਲੇ ਵਾਸਤੇ ਸਾਡੇ ਉੱਤੇ ਬੜਾ ਵੱਡਾ ਪਰਉਪਕਾਰ ਕਰ ਰਹੇ ਆ, ਸਾਡਾ ਭਰਮ ਦੂਰ ਕਰ ਰਹੇ ਮਹਾਰਾਜ। ਅਸੀਂ ਬਹੁਤ ਵੱਡੇ ਭੁਲੇਖੇ ਵਿੱਚ ਜੂ ਰਹੇ ਹਾਂ, ਹਕੀਕਤ ਤੋਂ ਅਣਜਾਣ ਆ, ਸਚਾਈ ਤੋਂ ਅਣਜਾਣ ਹਾਂ, ਤੇ ਕਈ ਵਾਰੀ ਅਸੀਂ ਜਾਣ ਬੁੱਝ ਕੇ ਅਣਜਾਣ ਬਣਨਾ ਚਾਹੁੰਦੇ ਹਾਂ। ਸਾਨੂੰ ਸੁਪਨਾ ਇੰਨਾ ਮਿੱਠਾ ਲੱਗ ਰਿਹਾ ਹੁੰਦਾ ਹੈ ਕਿ ਅਸੀਂ ਜਾਣਦੇ ਹੋਏ ਵੀ ਇਹ ਸੁਪਨਾ ਹੈ, ਅਸੀਂ ਅੱਖਾਂ ਨਹੀਂ ਖੋਲ੍ਹਣੀਆਂ ਚਾਹੁੰਦੇ, ਅਸੀਂ ਸਚਾਈ ਵੇਖਣਾ ਨਹੀਂ ਚਾਹੁੰਦੇ। ਸਾਧ ਸੰਗਤ, ਪਤਾ ਹੈ ਸਾਨੂੰ ਤਾਂ ਮਹਾਰਾਜ ਜੀ ਸਾਡਾ ਭਲਾ ਕਰ ਰਹੇ ਨੇ, ਸ਼ਬਦ ਸਾਨੂੰ ਜਗਾ ਰਿਹਾ ਹੈ, ਬਾਣੀ ਸਾਨੂੰ ਜਗਾ ਰਹੀ ਹੈ ਤਾਂ ਕਿ ਅਸੀਂ ਭੁਲੇਖੇ ਵਿੱਚ ਨਾ ਜੀਵੀਏ। ਵੇਖੋ, ਦੋ ਤਰੀਕੇ ਨੇ ਜਾਗਣ ਦੇ ਸਾਡੇ। ਇੱਕ ਤੇ ਤਰੀਕਾ ਹੈ ਜਿਉਂਦੇ ਜੀ ਸ਼ਬਦ ਨੂੰ ਸੁਣ ਕੇ, ਗੁਰੂ ਦੀ ਆਵਾਜ਼ ਨੂੰ ਸੁਣ ਕੇ, ਗੁਰੂ ਦੇ ਬੋਲ ਨੂੰ ਸੁਣ ਕੇ, ਜਿਵੇਂ ਮਾਂ ਨੇ ਆਵਾਜ਼ ਦਿੱਤੀ, ਆਵਾਜ਼ ਨੂੰ ਸੁਣਿਆ ਤੇ ਬਾਲਕ ਜਾਗ ਪਿਆ। ਤੇ ਜੇ ਫਿਰ ਵੀ ਨਹੀਂ ਜਾਗਦਾ, ਇੱਕ ਆਵਾਜ਼, ਦੋ ਆਵਾਜ਼, ਤਿੰਨ ਆਵਾਜ਼, ਮਨ ਮੂਰਖ ਅਜਹੁ ਨਹੀਂ ਸਮਝਤ, ਸਿੱਖ ਦੇ ਹਾਰਿਓ ਨੀਤ। ਉਹ ਸਮਝ ਹੀ ਨਹੀਂ ਰਿਹਾ ਜੀ, ਉਹਨੂੰ ਰੋਜ਼ ਮੱਤ ਦੇ ਰਹੇ ਆ, ਰੋਜ਼ ਸਮਝਾ ਰਹੇ ਆ, ਉਹ ਨਹੀਂ ਸਮਝਣ ਦਾ ਯਤਨ ਹੀ ਨਹੀਂ ਕਰ ਰਿਹਾ ਸਮਝਣ ਦਾ। ਜਿਹੜੇ ਪਾਸਿਓਂ ਰੋਕਿਆ ਜਾ ਰਿਹਾ ਉਸੇ ਪਾਸੇ ਮਸਤ ਹੋ ਰਿਹਾ। ਮੰਨ ਰੇ ਕੌਣ ਕਮਤ ਤੈਂ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਬਾਰ-ਬਾਰ ਆਵਾਜ਼ਾਂ ਸੁਣ ਕੇ, ਹਾਕ ਸੁਣ ਕੇ ਨਹੀਂ ਜਾਗਣਾ ਹੀ ਨਹੀਂ ਚਾਹੁੰਦਾ। ਇੱਕ ਤੇ ਹੁੰਦਾ ਵੀ ਜਗਾਇਆ ਨਹੀਂ ਕਿਸੇ ਨੇ, ਇਹ ਤੇ ਅਸੀਂ ਉਲਾਮਾ ਦੇ ਨਹੀਂ ਸਕਦੇ ਜੀ, ਸਿੱਖ ਨਹੀਂ ਉਲਾਮਾ ਦੇ ਸਕਦੇ ਘੱਟੋ ਘੱਟ। ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲਾ ਹੈ ਨਾ ਜ਼ਿੰਦਗੀ ਦੇ ਵਿੱਚ, ਇੱਕ ਵਾਰੀ ਵੀ ਜਿਹਨੇ ਮੱਥਾ ਟੇਕਿਆ ਉਹ ਉਲਾਮਾ ਨਹੀਂ ਦੇ ਸਕਦਾ ਜੀ ਮੈਨੂੰ ਜਗਾਇਆ ਨਹੀਂ ਸੀ ਕਿਸੇ ਨੇ। ਕੁਛ ਤੇ ਕੰਨਾਂ 'ਚ ਪੈ ਹੀ ਰਿਹਾ ਨਾ। ਇੱਕ ਤੇ ਉਹ ਭਾਗਾਂ ਵਾਲੇ ਜਿਹੜੇ ਆਵਾਜ਼ ਸੁਣ ਕੇ ਜਾਗ ਪਏ, ਇੱਕ ਉਹ ਨੇ ਜਿਨ੍ਹਾਂ ਨੇ ਨਸ਼ਾ ਕੀਤਾ ਹੋਇਆ। ਸਾਧ ਸੰਗਤ, ਪੀਓ ਮਦਰੋ, ਮਦਰਾ ਪਾਨ ਕੀਤਾ ਹੋਇਆ। ਪੀਓ ਮਦਰੋ ਧਨ ਮਤਵੰਤਾ, ਧਨ ਜਾਗੈ ਜੇ ਫਿਰ ਬੋਲੰਤਾ। ਹੁਣ ਮਦਰਾ ਪਾਨ ਕੀਤਾ ਹੋਇਆ, ਕੰਤਾ ਆਵਾਜ਼ਾਂ ਮਾਰ ਰਿਹਾ, ਆਵਾਜ਼ ਸੁਣ ਕੇ ਜਾਗ ਪੈਣਾ ਚਾਹੀਦਾ ਸੀ। ਇਸ ਸੁਹਾਗਣ ਨੂੰ, ਭਾਗਾਂ ਵਾਲੀ ਜਿੰਦ ਨੂੰ ਨਹੀਂ ਜਾਗੀ ਜੀ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵੀ ਦੂਜੀ ਕਿਸਮ ਦੇ ਜਿਹੜੇ ਘੇਸਲੇ ਲੋਕ ਹੁੰਦੇ ਆ, ਢੀਠ ਲੋਕ ਹੁੰਦੇ ਆ, ਜਿਹੜੇ ਇਸ਼ਾਰੇ ਨੂੰ ਨਹੀਂ ਸਮਝਦੇ, ਆਵਾਜ਼ ਨੂੰ ਪਿਆਰ ਨਾਲ ਬੁਲਾਏ ਹੋਏ ਨੂੰ ਮੇਰਾ ਲਾਡ, ਮੇਰਾ ਪੁੱਤ, ਉੱਠ ਮਾਂ ਕਹਿੰਦੀ ਪਿਆਰ ਨਾਲ, ਤੇ ਫਿਰ ਉਹਦੇ ਤੋਂ ਅੱਗੇ ਕੀ ਹੁੰਦਾ ਜੀ? ਫਿਰ ਡੰਡਾ, ਫਿਰ ਸਖਤੀ। ਤੋ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਫਿਰ ਜਾ ਉਦੋਂ ਜਾਗਦਾ ਜਦੋਂ ਵੇਲਾ ਵਿਹਾ ਜਾਂਦਾ, ਜਦੋਂ ਜਮਾਂ ਦਾ ਡੰਡਾ ਵੱਜਿਆ ਮੂੰਹ ਦੇ ਉੱਤੇ ਆ ਕੇ। ਗੁਰਦੇਵ ਜੀ ਜਗਾ ਰਹੇ ਨੇ, ਸ਼ਬਦ ਜਗਾ ਰਿਹਾ ਸਾਨੂੰ, ਅਸੀਂ ਭੁਲੇਖੇ ਚੋਂ ਬਾਹਰ ਨਿਕਲ ਆਈਏ। ਅਸੀਂ ਅੱਖਾਂ ਮੀਟ ਕੇ ਸੁਪਨੇ ਵਿੱਚ ਚਿੱਤ ਜੋੜਿਆ ਹੋਇਆ। ਮਹਾਰਾਜ ਜੀ ਕਹਿੰਦੇ ਸਚਾਈ ਨੂੰ ਜਾਣ, ਹਕੀਕਤ ਇਹ ਨਹੀਂ ਹੈ ਜੋ ਤੂੰ ਸਮਝੀ ਬੈਠਾ। ਜਾਗਣਾ ਹੀ ਨਹੀਂ ਚਾਹੁੰਦਾ ਜੀ। ਰਸ ਆਉਂਦਾ ਇਹਦੇ ਚੋਂ ਵੀ, ਇਸ ਸ਼ੋਹਰਤ ਵਿੱਚੋਂ ਰਸ ਆਉਂਦਾ ਹੈ, ਇਸ ਦਿਖਾਵੇ ਵਿੱਚੋਂ ਰਸ ਆਉਂਦਾ ਹੈ। ਅਡੰਬਰ ਰਚਿਆ ਹੋਇਆ ਬੰਦੇ ਨੇ ਆਪਣਾ, ਇੱਕ ਦੁਨੀਆ ਵਸਾ ਕੇ ਬੈਠਾ ਹੋਇਆ ਆਪਣੀ ਆਪਣੀ। ਉਸ ਵਲਗਣ ਵਿੱਚੋਂ ਬੰਦਾ ਬਾਹਰ ਨਹੀਂ ਨਿਕਲਣਾ ਚਾਹੁੰਦਾ। ਸਾਧ ਸੰਗਤ ਜੀ, ਉਹਦੇ ਵਿੱਚ ਰਹਿਣ ਦਾ ਵੀ ਇੱਕ ਚਸਕਾ ਹੈ। ਮੱਖੀ ਹੈ ਨਾ ਜੀ, ਮੱਖੀ ਮਿੱਠਾ ਮਰਨਾ। ਹੁਣ ਉਹ ਗੁੜ ਦੀ ਰੋੜੀ ਉੱਤੇ ਬੈਠੀ ਹੈ ਤੇ ਉਹਨੂੰ ਜਾਪ ਰਿਹਾ ਮੈਨੂੰ ਰਸ ਆ ਰਿਹਾ ਹੈ, ਤੇ ਸਚਾਈ ਇਹ ਹੈ ਵੀ ਇਹਨੂੰ ਰਸ ਨਹੀਂ ਆ ਰਿਹਾ, ਉਹ ਮੌਤ ਦੇ ਜਾਲ 'ਚ ਫਸ ਚੁੱਕੀ ਹੈ। ਤੇ ਜੇ ਉਹਨੂੰ ਕੋਈ ਕਰੋੜ ਵਾਰ ਸਮਝਾਵੇ ਵੀ ਨਾ ਬੈਠੀ, ਨਾ ਬੈਠੀ, ਨਾ ਬੈਠੀ, ਤੇਰੀ ਮੌਤ ਹੈ, ਉਹਨੂੰ ਰਸ ਖਿੱਚ ਖਿੱਚ ਕੇ ਲਿਜਾ ਰਿਹਾ ਹੈ। ਵਕਤੀ ਰਸ, ਜੀਵ ਦਾ ਰਸ।
इदां ही सानू कई रस चंबड़े होए आ, अखां दा रस, कन्नां दा रस। उस्तत निंदा कन सुन रोवण ते हासे, सादी जीभ ना रजिया कर भोग विलासे, नक ना रजा वास लै दुर्गंध सुबासे। ये सानू खिंच रहे ने अपने वाले पासे। शोहरत दा रस, प्रभता दा रस, सदीवी कुछ भी नहीं है। तो बाबा कबीर जी कहते जाग जा, जाग जा। बाणी कहती जाग भाई, जाग रे मन जागन हारे, बिन हार अवर ना आवस कामा। जाग रे। ना तो तेरी बहुत वड्डी कोठी काम आनी है, ना तेरे बहुत दुनिया के उत्ते कीतियां हुई लोगों दी वड्डा हुआ दुनीदार गल संगल घत चलाया गया करनी कीरत वाचिया। किसी ने नहीं पूछना भी तू कित्थे बैठा सी, किन्नी क दुनिया तैनू जानदी सी। जे तिस नदर ना आवे चंगा नाव रखाए कै, जस कीरत जग ले। ये भी रस है, गवाचिया डुबिया बंदा ये चो बाहर हकीकत नहीं जानना चाहता। याद रख ये वक्ती खेड है, उहदे तो बिना कौडी दा नहीं है तू। जे तिस नदर ना आवे तो बात ना पूछा के। जाग रे मन जागन हारे, बिन हार अवर ना आवस कामा। झूठा मोह मिथ्या पासारे, मिथ्या तन धन कुटुंब सुबाया, मिथ्या होमै ममता माया, मिथ्या वक्ती फर्जी। नहीं जागेगा सुपने सेती चित मूर्ख लाया। बिसरे राज रस भोग जागत पखलाया। आरजा गई विहाए धंधा धाया, धंधा धाया। दौड़दियां पटकदियां खुआर हुंदियां एक ना मुक्कण वाली दौड़ विच इन्ना भज्जिया, इन्ना भज्जिया, वक्त मुक गया। आरजा गई विहाए। फिर अखां खुलियां जदों डंडा वज्जिया सिर ते, कहो कबीर तब ही नर जागै, जम का डंड मूंड में लग गया। मूँह ते वज्जिया डंडा ते उन्हें कहा भी उठ पई, तू रहन नहीं आया इत्थे, रहना पावे सुर नर देवा। सब चले गए ने, तू भी चलना, चल चलिए इथों। फिर सोचा अच्छा मैं तो सोचा सी ये सदा सारा कुछ रहना है। इसे तरह ही दाइए बन रहे हैं ना जी, इसे तरह विਉਂਤਾਂ बना के घाड़तां घड़ के जाल बुन के एक दूजे नाल नफरत वैर आने वाले 5 10 20 सालों नूं किहदा किवें नुकसान करना है, इसे उलझन विच ही बंदा गरकिया होया जी। अपनी शांति सुकून सुख हराम किया होया। जाग। कबीर आखी केरा माट कै, पल पल गई विहाए। मन जंजाल ना छोड़े, जम दिया दमामा आए। ढोल वज गया जमा दा, चल पई चलिए। सतगुरु गुरु तेग बहादुर सच्चे पातशाह जी साडी सोच नूं सानू डराउणा नहीं चाहते, भै भीत नहीं महाराज कर रहे, सानू जगाउणा चाहते हैं। ਜਿਹੜੇ ਝੂਠ ਵਿੱਚ ਅਸੀਂ ਮਸਤ ਹੋਏ ਪਏ ਆ ਮਹਾਰਾਜ ਜੀ, ਉਸ ਪਰਦੇ ਨੂੰ ਤੋੜਨਾ ਚਾਹੁੰਦੇ ਆ, ਉਸ ਭਰਮ ਦੀ ਕਾਈ ਨੂੰ ਮਿਟਣਾ ਚਾਹੁੰਦੇ ਆ ਮਹਾਰਾਜ, ਵੀ ਤੇਰੇ ਨਾਲ ਧੋਖਾ ਨਾ ਹੋ ਜਾਏ ਭਲਿਆ। ਧੋਖਾ ਹੋ ਰਿਹਾ ਸਾਡੇ ਨਾਲ ਸਾਧ ਸੰਗਤ। ਮਹਾਰਾਜ ਕਹਿੰਦੇ ਜਾਗ ਰੇ ਮਨ ਜਾਗਣ ਹਾਰੇ, ਜਾਗ ਰੇ ਜਾਗ ਰੇ ਕਹਾਂ ਗਾਫਲ ਸੋਇਆ, ਜਾਗ ਰੇ कहाँ गाफल सोया। ये तो वड्डी होर गल की चोट होनी है जी, जे फिर भी ना समझिया मन, दाइए बनता रहा, ताने बाने बुनता रहा, जाल बुनता रहा, फिर तो समझ लो जान बुझ के अग च छाल मार रहा है। कहाँ गाफल सोया, तू गफलत विच बहुत डुबिया होया, बड़ी गहरी दे अखां मोटियां मिटियां हुई। तैनू ये पता भी जिहड़ा शरीर नाल लैके आया सी, साथ इन्हें भी छड्ड जाना। जिदन संसार ते आया सी, इस जोत दे नाल काया भी आई सी। ये जोत काया राही ही आई सी संसार ते। जागरे कहाँ गाफल सोया, जो तन उपजियो संग ही सो भी
ਸੰਗ ਨਾ ਹੋਆ। ਜਿਹੜਾ ਨਾਲ ਹੀ ਜੰਮਿਆ ਸੀ ਉਹ ਵੀ ਸਾਥ ਛੱਡ ਗਿਆ ਜੀ। ਕਾਹੇ ਰੇ ਨਰ, ਕਹਿਣ ਅੰਦਰ ਨੂੰ ਸੁਣਾ ਨਾ ਥੋੜਾ ਜਿਹਾ ਸੁਰਤ ਟਿਕਾ ਕੇ ਆਵਾਜ਼ ਅੰਦਰ ਪਹੁੰਚਾ। ਸਾਡੇ ਕੋਲ ਮਾਧਿਅਮ ਹੈ ਲਾਊਡ ਕਰਨ ਦਾ, ਆਵਾਜ਼ ਨੂੰ ਲਾਊਡ ਕਰਨ ਦਾ, ਉੱਚਿਆਂ ਦੂਰ ਤੱਕ ਪਹੁੰਚਾ ਸਕਦੇ ਹਾਂ। ਕਮਿਊਨੀਕੇਸ਼ਨ ਦੇ ਸਾਧਨ ਨੇ, ਹਜ਼ਾਰਾਂ ਮੀਲਾਂ ਤੱਕ ਪਹੁੰਚਾ ਸਕਦੇ ਹਾਂ। ਪਰ ਹੇ ਮਾਲਕਾ, ਕਿਤੇ ਦਇਆ ਕਰ, ਇਹ ਆਵਾਜ਼ ਮੇਰੇ ਨਿੱਜ ਤੱਕ ਵੀ ਪਹੁੰਚ ਜਾਏ, ਮੈਂ ਆਪ ਵੀ ਸੁਣ ਲਵਾਂ। ਤੇ ਜਿਸ ਦਿਨ ਆਪ ਸੁਣ ਲਈ ਆਵਾਜ਼ ਕੰਨਾਂ 'ਚ ਪੈ ਗਈ, ਜਾਗੇਗਾ, ਜ਼ਰੂਰ ਜਾਗੇਗਾ। ਸਤਿਗੁਰ ਜੀ ਡਰਾ ਨਹੀਂ ਰਹੇ ਸਾਨੂੰ। ਕਈ ਵਾਰੀ ਕੁਝ ਲੋਕਾਂ ਨੂੰ ਇਦਾਂ ਲੱਗਦਾ ਜੀ ਸਾਨੂੰ ਤੇ ਡਰ ਆਉਂਦਾ ਬਾਣੀ ਪੜ੍ਹ ਕੇ। ਨਹੀਂ, ਚੇਤਨ ਕਰ ਰਹੇ ਹੈ, ਗਫਲਤ ਵਿੱਚੋਂ ਬਾਹਰ ਕੱਢ ਰਹੇ ਹੈ। ਧੋਖੇ 'ਚ ਅਸੀਂ ਫਸੇ ਹੋਏ ਹਾਂ, ਉਸ ਧੋਖੇ 'ਚੋਂ ਮਹਾਰਾਜ ਜੀ ਸਾਡਾ ਭਲਾ ਲੋਚਦੇ ਆ ਜੀ। ਪਹਿਲਾਂ ਤਾਂ ਇਹ ਮੰਨ ਲਓ ਚੰਗੀ ਤਰ੍ਹਾਂ ਨਾਲ ਕਿ ਗੁਰੂ ਸਾਡਾ ਮਿੱਤਰ ਹੈ, ਦੁਸ਼ਮਣ ਨਹੀਂ ਹੈ। ਅਸੀਂ ਤੇ ਰੱਬ ਨੂੰ, ਗੁਰੂ ਨੂੰ ਦੁਸ਼ਮਣ ਇਦਾਂ ਚਿਤਵ ਲਿਆ ਵੀ ਜੋ ਮਾੜਾ ਹੁੰਦਾ, ਹਾਏ ਰੱਬ ਨੇ ਬੁਰਾ ਕੀਤਾ। ਜਿਸ ਦਿਨ ਇਹ ਸਮਝਣ ਲੱਗ ਪਏ ਨਾ ਵੀ ਰੱਬ ਸਾਡਾ ਮਿੱਤਰ ਹੈ, ਅਸੀਂ ਉਹਦੀ ਗੱਲ ਵੀ ਮੰਨਣ ਲੱਗ ਪਵਾਂਗੇ। ਯਕੀਨ, ਭਰੋਸਾ ਵੀ ਵੱਜੇਗਾ ਨਾ ਜੀ। ਮਿੱਤਰ ਤੇ ਭਰੋਸਾ ਕਰਦਾ, ਦੁਸ਼ਮਣ ਤੇ ਕੌਣ ਭਰੋਸਾ ਕਰਦਾ ਜੀ? ਜਦੋਂ ਇਹ ਭੈ ਅੰਦਰ ਬਣਿਆ ਹੋਵੇ ਵੀ ਹਾਏ ਰੱਬ ਨੇ ਮਾੜਾ ਕੀਤਾ, ਇਹਦਾ ਮਤਲਬ ਉਹ ਮਾੜਾ ਕਰ ਦਿੰਦਾ। ਮਿੱਤਰ ਤੇ ਵੀ ਕੋਈ ਭਰੋਸਾ ਕਰਦਾ, ਦੁਸ਼ਮਣ ਤੇ ਵੀ ਕੋਈ ਭਰੋਸਾ ਕਰਦਾ, ਦੁਸ਼ਮਣ ਨਾਲ ਵੀ ਕੋਈ ਪਿਆਰ ਕਰਦਾ। ਜਿਹੜਾ ਮਾੜਾ ਕਰ ਸਕਦਾ ਉਹਦੇ ਨਾਲ ਪਿਆਰ ਬਣੇਗਾ ਭਲਾ? ਜੇ ਅਸੀਂ ਉਹਨੂੰ ਜਪਦੇ ਵੀ ਹਾਂ ਤੇ ਡਰਦੇ ਜਪ ਰਹੇ ਹਾਂ। ਪਹਿਲੀ ਤੇ ਗੱਲ ਡਰ ਕੱਢ। ਰੱਬ ਡਰ ਪੈਦਾ ਕਰਨ ਵਾਸਤੇ ਨਹੀਂ, ਡਰ ਮਕਾਉਣ ਵਾਸਤੇ ਹੈ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ, ਕਹੋ ਗੱਜ ਕੇ, ਕੀ ਪੜ੍ਹਦੇ ਹੋ? ਤਿਨ ਕਾ ਭਉ ਸਭ ਗਵਾਸੀ। ਧਰਮ ਨੂੰ ਨਾ ਡਰ ਬਣਾ ਕੇ ਰੱਖ ਦਿੱਤਾ ਜੀ। ਤੇ ਕਈ ਵਾਰੀ ਤੇ ਜਿਹੜੀਆਂ ਚੀਜ਼ਾਂ ਬਿਲਕੁਲ ਹੀ ਸਧਾਰਨ ਸਾਡੇ ਸਰੀਰ ਨਾਲ ਜੁੜੀਆਂ ਹੋਈਆਂ ਸੀ, ਉਹ ਵੀ ਇਦਾਂ ਦਾ ਭੈ ਪੈਦਾ ਕੀਤਾ। ਅਸਲ 'ਚ ਉਹਨਾਂ ਲੋਕਾਂ ਦਾ ਕੰਮ ਸੀ ਜਿਨ੍ਹਾਂ ਨੇ ਲੁੱਟਣਾ ਸੀ। ਵੀ ਜੇ ਤੂੰ ਨਹਾਤਾ ਨਾ, ਬਿਮਾਰ ਹੈ, ਰੋਗੀ ਹੈ। ਕਈ ਤੇ ਨਿਤਨੇਮ ਨਹੀਂ ਕਰਦੇ, ਮੈਂ ਜੀ ਨਹਾਤਾ ਨਹੀਂ, ਮੈਂ ਪਾਠ ਨਹੀਂ ਕੀਤਾ। ਕਿਸ ਤਰ੍ਹਾਂ ਦਾ ਡਰ ਲੈ ਕੇ ਬੈਠੇ ਹੋਏ ਆ ਜੀ। ਉਹ ਪ੍ਰੇਮ ਵਿੱਚ ਭਿੱਜ ਕੇ ਪਿਓ ਨੂੰ ਆਵਾਜ਼ਾਂ ਮਾਰ, ਉਹ ਲਿਬੜੇ ਨੂੰ ਵੀ ਗਲ ਨਾਲ ਲਾ ਲੈਂਦਾ ਹੈ। ਇਹ ਰੱਬ ਜਾਂ ਰੱਬ ਦੀ ਬਾਣੀ, ਰੱਬ ਦਾ ਸੁਨੇਹਾ ਸਾਨੂੰ ਡਰਾਉਣ ਵਾਸਤੇ ਨਹੀਂ ਵੀ ਹਾਏ ਮੌਤ ਚੇਤੇ ਕਰਵਾ ਦਿੱਤੀ। ਕਿਸ ਲਈ ਚੇਤੇ ਕਰਾਈ ਹੈ? ਅਸੀਂ ਗਫਲਤ 'ਚ ਜਾਗ ਜਾਈਏ। ਚੋਟੀ ਕਾਲ ਗਹੀ ਦਾ ਸੁਨੇਹਾ ਕਿਉਂ ਦਿੱਤਾ ਹੈ? ਵੀ ਸਾਨੂੰ ਪਤਾ ਰਹੇ ਵੀ ਅਸੀਂ ਮੁਸਾਫਰ ਹਾਂ ਭਾਈ, ਸਾਡਾ ਧੋਖਾ ਨਿਕਲ ਜਾਏ, ਅਸੀਂ ਭੁਲੇਖੇ 'ਚ ਨਾ ਜੀਵੀਏ। ਸੋ ਪਹਿਲੀ ਗੱਲ ਮੇਰੀ ਬੇਨਤੀ ਤੁਹਾਨੂੰ ਕਿ ਵਾਹਿਗੁਰੂ ਜੀ ਨੂੰ ਮਿੱਤਰ ਬਣਾਈਏ। ਉਹ ਪਿਆਰਾ ਹੈ, ਮੇਰਾ ਮਾਤ ਪਿਤਾ ਹਰ ਰਾਇਆ ਹੈ। ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤੇ ਜਿੱਦਣ ਭਰਾ ਹੋਇਆ ਤੇ ਭਰਾ ਖੜਦਾ ਨਹੀਂ ਨਾਲ ਦੁੱਖ 'ਚ, ਮਾਂ ਸਾਂਭਦੀ ਨਹੀਂ ਦੁੱਖ ਸੁੱਖ ਵਿੱਚ, ਪਿਓ ਸਾਇਆ ਕਰਦਾ ਨਹੀਂ ਆਪਣਾ। ਤੂੰ ਮੇਰਾ ਰਾਖਾ ਸਭਨੀ ਥਾਈ। ਯਕੀਨ ਆਇਆ ਤੇ ਕੀ ਹੋਇਆ ਜੀ? ਡਰ ਖਤਮ। ਤਾਂ ਭਉ ਕਿਹਾ ਕਾੜਾ ਜੀਓ, ਨਾ ਚਿੰਤਾ ਨਾ ਡਰ। ਅੱਖਾਂ ਮੀਟ ਕੇ ਬੰਦਾ ਵਿਸ਼ਵਾਸ ਕਰਦਾ ਜਿੱਥੇ ਪਿਆਰ ਹੋਵੇ। ਸੋ ਭਗਤੀ ਖੌਫ ਕਰਕੇ ਨਹੀਂ ਕਰਨੀ। ਉਹ ਮਾਰਦਾ ਨਹੀਂ ਹੈ, ਸਵਾਰਦਾ ਹੈ। ਉਹ ਦੁੱਖ ਨਹੀਂ ਦਿੰਦਾ, ਨਰਕਾਂ 'ਚ ਨਹੀਂ ਪਹੁੰਚਾਉਂਦਾ, ਉਹ ਨਰਕ 'ਚੋਂ ਕੱਢਦਾ ਹੈ। ਪਤਾ ਨਹੀਂ ਕਿਉਂ ਸਾਡੀ ਮਾਨਸਿਕਤਾ 'ਚ ਇਦਾਂ ਦੀਆਂ ਗੱਲਾਂ ਬਣਾ ਦਿੱਤੀਆਂ। ਜਿੰਨੀ ਪੂਜਾ ਕੀਰਤਨ ਦੀ ਹੋ ਰਹੀ ਹੈ ਡਰ ਕਰਕੇ ਹੋ ਰਹੀ। ਜੇ ਮੜੀ ਨੂੰ ਨਾ ਮੰਨਿਆ ਪਤਾ ਨਹੀਂ ਕੀ ਮੁੱਦਿਆਂ ਕਰ ਦੇਗੀ, ਟੱਬਰ ਨੂੰ ਮੁੱਦਿਆਂ ਕਰ ਦੇਣਾ। ਜੇ ਇਹ ਕਰਮਕਾਂਡ ਨਾ ਕੀਤਾ, ਬੜੀ ਅਜੀਬ ਕਿਸਮ ਦੇ ਅਸੀਂ ਖੌਫ 'ਚ ਜੂ ਰਹੇ ਹਾਂ। ਜਿਵੇਂ ਲੋਕੀ ਸੱਪਾਂ ਤੋਂ ਡਰਦੇ ਸੱਪ ਪੂਜਦੇ ਸੀ, ਅੱਗ ਤੋਂ ਡਰਦੇ ਅੱਗ ਪੂਜਦੇ ਸੀ, ਪਾਣੀ ਦੇ ਹੜ੍ਹਾਂ ਤੋਂ ਡਰਦੇ ਪਾਣੀ ਦੀ ਪੂਜਾ ਕਰਦੇ ਸੀ, ਵੱਖਰੇ ਵੱਖਰੇ ਦੇਵਤੇ ਮੰਨ ਕੇ।
ਜਿਹੜੇ ਵਾਹਿਗੁਰੂ ਜੀ ਦਾ ਪ੍ਰੇਮ ਦਾ ਰਾਹ ਗੁਰੂ ਨੇ ਦੱਸਿਆ ਨਾ ਜੀ, ਅਸੀਂ ਉਹਨੂੰ ਵੀ ਛੱਡ ਕੇ ਇਦਾਂ ਹੀ ਪੂਜਣਾ ਸ਼ੁਰੂ ਕਰ ਦਿੱਤਾ। ਉਹ ਨਹੀਂ ਭੋਲਿਓ, ਮੇਰਾ ਗੁਰੂ ਕਹਿੰਦਾ ਆ ਜੱਫੀ ਪਾ ਘੁੱਟ ਕੇ ਤੇ ਉਹਦੇ ਨਾਲ ਤੁਰ। ਉਹ ਇਹ ਭਾਸ਼ਾ ਸਮਝਦਾ, ਭਾਖਿਆ ਭਾਓ ਅਪਾਰ। ਉਹ ਇਹ ਵਿਧੀ ਜਾਣਦਾ। ਆਓ ਰੱਬ ਜਪਣ ਦੀ ਵਿਧੀ ਸਿੱਖੀਏ, ਆਓ ਰੱਬ ਪਾਉਣ ਦੀ ਵਿਧੀ ਸਿੱਖੀਏ। ਨਾ ਹੱਠ ਨਾ ਖੌਫ, ਇੱਕੋ ਹੀ ਵਿਧੀ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਦ੍ਰਿੜ ਕਰੋ। ਕੋਈ ਸ਼ੱਕ ਹੈ ਜੀ? ਸ਼ੱਕ ਹੈ ਕੋਈ? ਸੱਚ ਕਹੋ। ਸਾਰੀ ਦੁਨੀਆ ਦੇ ਲੋਕੋ ਤੁਸੀਂ ਸੁਣੋ, ਕੱਲੇ ਸਿੱਖਾਂ ਨੂੰ ਨਹੀਂ ਜੀ, ਸਾਰੀ ਕਾਇਨਾਤ ਦੇ ਲੋਕੋ। ਪਹਿਲੀ ਗੱਲ ਤੇ ਉਹਦੇ ਪ੍ਰੇਮ ਰਸ ਵਿੱਚ ਭਿੱਜਣਾ ਹੈ, ਬੰਦਗੀ ਕਰਨੀ ਹੈ, ਖੌਫ ਕਰਕੇ ਨਹੀਂ, ਡਰ ਕਰਕੇ ਨਹੀਂ, ਭੈ ਕਰਕੇ ਨਹੀਂ। ਉਹ ਹਾਂ ਡਰ ਹੁੰਦਾ, ਇੱਕ ਪਿਓ ਦਾ ਵੀ ਡਰ ਹੁੰਦਾ, ਪਰ ਕਿੰਨਾ ਪਵਿੱਤਰ ਡਰ ਹੈ ਜੀ। ਇੱਕ ਹੁੰਦਾ ਜਮਾ ਵਰਗਾ ਡਰ, ਮੌਤ ਵਰਗਾ ਡਰ, ਦੁਸ਼ਮਣ ਦਾ ਡਰ। ਇੱਕ ਹੁੰਦਾ ਨਹੀਂ ਮੇਰਾ ਪਿਤਾ ਨਾਰਾਜ਼ ਹੋਏਗਾ, ਮੇਰਾ ਪਿਤਾ ਝਿੜਕੇਗਾ। ਉਸ ਝਿੜਕ 'ਚ ਕਿੰਨੀ ਅਪਣਤ ਹੈ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ ਕਿ ਜਾਂ ਮੌਤ ਆ ਜਾਂਦੀ ਹੈ, ਵੀ ਸਾਹ ਸੁੱਕ ਜਾਂਦਾ। ਨਹੀਂ ਨਹੀਂ, ਇਹਦੇ ਵਿੱਚ ਵੀ ਆਪਣਾ ਪਾਣਾ। ਅੱਜ ਮੇਰੇ ਪਿਆਰੇ ਨੇ ਮੈਨੂੰ ਮਿੱਠੀ ਜੀ ਝਿੜਕ ਦਿੱਤੀ ਹੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਬਦਲ ਜਾਏਗਾ ਜੀ, ਸਾਡੇ ਸੋਚਣ ਦਾ ਢੰਗ ਬਦਲ ਜਾਏਗਾ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਈ ਸਾਨੂੰ ਮੌਤ ਦਾ ਡਰ ਨਹੀਂ ਦੇ ਰਹੇ, ਕੋਈ ਸਾਡੇ ਅੱਗੇ ਭਿਆਨਕ ਤਸਵੀਰ ਨਹੀਂ ਲਿਆ ਰਹੇ, ਕੋਈ ਫਿਲਮ ਨਹੀਂ ਲਿਆ ਰਹੇ ਵੀ ਇੱਦਾਂ ਹੋ ਜਾਣਾ ਇੱਦਾਂ ਹੋ ਜਾਣਾ। ਉਹ ਸਾਨੂੰ ਪਹਿਲੀ ਗੱਲ ਤੇ ਸਾਡਾ ਭਲਾ ਕਰ ਰਹੇ ਹੈ। ਤੇ ਨਿਰਣਾ ਕਰੋ ਜਿਹੜੀ ਗੱਲ ਸਾਡੇ ਭਲੇ 'ਚ ਆ ਉਹਨੂੰ ਪਕੜ ਲੈਣਾ ਚਾਹੀਦਾ। ਡਾਕਟਰ ਦਵਾਈ ਦਿੰਦਾ ਨਾ, ਅਸੀਂ ਯਕੀਨ ਕਰਦੇ ਹਾਂ ਵੀ ਇਹ ਦਵਾਈ ਸਾਡੇ ਭਲੇ ਵਾਸਤੇ ਹੈ, ਸਾਨੂੰ ਰੋਗ ਨਿਵਰਤ ਕਰਨ ਵਾਸਤੇ ਹੈ। ਤੇ ਅਸੀਂ ਕਹਿੰਦੇ ਹਾਂ ਜੀ ਔਖੇ ਹੋ ਕੇ ਵੀ, ਰਾਤ ਨੂੰ ਜਾਗ ਕੇ ਵੀ, ਡਾਕਟਰ ਨੇ ਕਿਹਾ ਸੀ ਇੱਕ ਜਿਹੜੀ ਹੈ ਡੋਜ਼ ਇਹ ਸ਼ਾਮੀ 8 ਵਜੇ ਲੈਣੀ ਹੈ, ਇੱਕ ਰਾਤ ਨੂੰ 2 ਵਜੇ ਲੈਣੀ ਹੈ। ਤੇ ਅਸੀਂ ਰਾਤ ਜਾਗ ਕੇ ਵੀ ਕਹਿੰਦੇ ਹਾਂ ਨਹੀਂ ਜੀ ਡਾਕਟਰ ਨੇ ਕਿਹਾ, ਉਹਦੀ ਮੰਨਣੀ ਹੈ। ਯਕੀਨ ਹੈ ਨਾ ਵੀ ਸਾਡੇ ਭਲੇ ਵਾਸਤੇ ਹੈ। ਕਿਉਂ ਨਹੀਂ ਜਾਗਾਂਗੇ ਜੀ ਜਿੱਦਣ ਸਾਨੂੰ ਇਹ ਯਕੀਨ ਹੋ ਗਿਆ ਸਾਡੇ ਭਲੇ ਵਾਸਤੇ ਹੈ। ਜਾਂ ਤੇ ਅਸੀਂ ਕਿਹਾ ਪੂਜਣ ਵਾਸਤੇ ਹੈ, ਜਾਂ ਅਸੀਂ ਕਿਹਾ ਡਰਾਉਣ ਵਾਸਤੇ ਆ। ਉਹ ਨਹੀਂ ਭਾਈ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਸਾਡੇ ਭਲੇ ਵਾਸਤੇ ਹੈ। ਸਾਨੂੰ ਸਮਾਜ ਨਾਲੋਂ ਤੋੜਨ ਵਾਸਤੇ ਵੀ ਨਹੀਂ। ਆ ਬਚਨ ਕਿਤੇ ਇਦਾਂ ਨਾ ਲੈ ਲੈਣਾ ਜੀ ਵੀ ਚਲੋ ਜੀ ਸੰਸਾਰ ਛੱਡੀਏ ਤੇ ਜੰਗਲਾਂ ਨੂੰ ਚੱਲੀਏ। ਸ਼ਬਦ ਦੀ ਰਹਾਉ ਦੀ ਪੰਕਤੀ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਹੁਣ ਅਰਥ ਬੜੇ ਸਪਸ਼ਟ ਜੇ ਨੇ ਵੀ ਮਿੱਤਰਾ ਚੰਗੀ ਤਰ੍ਹਾਂ ਸਮਝ ਲੈ, ਇਹ ਗੱਲ ਜਾਣ ਲੈ। ਇਹ ਸਾਰੇ ਸੰਬੰਧ ਜਿਹੜੇ ਨੇ ਸਦੀਵੀ ਨਹੀਂ ਹਨ, ਸਭ ਆਪੋ ਆਪਣੇ ਮਤਲਬ ਨਾਲ ਜੁੜੇ ਹੋਏ ਆ। ਜਿੱਦਣ ਪਤਾ ਲੱਗ ਗਿਆ ਮਿੱਟੀ ਦੀ ਢੇਰੀ ਹੋ ਗਈ ਹੈ, ਇਹਦੇ ਕੋਲੋਂ ਕੋਈ ਮਤਲਬ ਪੂਰਾ ਨਹੀਂ ਹੋਣਾ, ਸਾਰਿਆਂ ਨੇ ਸਾਥ ਛੱਡ ਦੇਣਾ। ਵਾਹਿਗੁਰੂ। ਹੁਣ ਇਹਦਾ ਮਤਲਬ ਇਹ ਨਹੀਂ ਕਿ ਰਿਸ਼ਤੇ ਤਾਰ-ਤਾਰ ਹੋ ਜਾਣ, ਇਹਦਾ ਮਤਲਬ ਇਹ ਨਹੀਂ ਕਿ ਸਮਾਜ ਨਾਲੋਂ ਸੰਬੰਧ ਟੁੱਟ ਜਾਣ। ਇਹਦਾ ਮਤਲਬ ਇਹ ਹੈ ਕਿ ਰਿਸ਼ਤੇ ਕਮਜ਼ੋਰੀ ਨਾ ਬਣਨ। ਦੁਖਾਂਤ ਇਹ ਹੈ ਕਿ ਰਿਸ਼ਤੇ ਕਮਜ਼ੋਰੀ ਬਣ ਰਹੇ ਹੈ। ਉਹਨਾਂ ਰਿਸ਼ਤਿਆਂ ਨੂੰ ਪਾਲਣ ਵਾਸਤੇ, ਐਸ਼ਪ੍ਰਸਤੀ ਵਾਸਤੇ, ਜਿਹਦੇ 'ਚ ਬੰਦਾ ਗੁਆਚ ਜਾਂਦਾ, ਡੁੱਬ ਜਾਂਦਾ, ਫਿਰ ਦੁਨੀਆ ਦੇ ਗੁਨਾਹ ਸ਼ੁਰੂ ਹੁੰਦੇ ਆ। ਪੁੱਛੋ ਰਿਸ਼ਵਤ ਲੈਣ ਵਾਲੇ ਨੂੰ, ਉਹ ਕਹਿੰਦਾ ਨਹੀਂ ਮੈਂ ਤੇ ਜੇ ਇਕੱਲੇ ਨੇ ਰੋਟੀ ਖਾ ਕੇ ਜਿਉਣਾ ਹੋਵੇ ਤੇ ਮੇਰੇ ਵਾਸਤੇ ਰੋਟੀਆਂ ਬੜੀਆਂ ਨੇ, ਪਰ ਮੈਂ ਚਾਹੁੰਦਾ ਮੇਰੀਆਂ ਪੀੜ੍ਹੀਆਂ ਵਾਸਤੇ ਕਮਾ ਜਾਵਾਂ। ਠੱਗੀ ਮਾਰਨ ਵਾਲੇ ਨੂੰ ਪੁੱਛੋ, ਉਹ ਕਹਿੰਦਾ ਨਹੀਂ ਨਹੀਂ ਵੈਸੇ ਤੇ 250 ਦਾ ਸੂਟ ਪਾਇਆ ਵੀ ਸਰ ਜਾਂਦਾ, ਪਰ ਮੇਰੀ ਘਰ ਵਾਲੀ ਦੀ ਟੌਰ ਤਾਂ ਬਣਦੀ ਹੈ ਜੇ ਉਹ 10,000 ਦਾ ਪਾਵੇ। ਹੁਣ ਕਾਹਦੇ ਲਈ ਮਾਰ ਰਿਹਾ ਜੀ? ਉਹ ਜਿਉਣ ਵਾਸਤੇ ਨਹੀਂ ਮਾਰ ਰਿਹਾ। ਕਿਸ ਵਾਸਤੇ ਸਾਰਾ ਕੁਝ ਕਰ ਰਿਹਾ? ਕਿਉਂ ਪਾਪਾਂ ਦੀ ਬੇੜੀ 'ਚ ਚੜ੍ਹ ਰਿਹਾ? ਕਿਉਂ ਸਿਰ ਦੇ ਉੱਤੇ ਬੋਝ ਚੁੱਕ ਰਿਹਾ? ਉਹਨਾਂ ਰਿਸ਼ਤਿਆਂ ਦੇ ਝੂਠੇ ਮਲਾਰ ਵਾਸਤੇ। ਤਾਂ ਸਾਹਿਬ ਨੇ ਬਾਣੀ 'ਚ ਕਿਹਾ ਬਹੁ ਪਰਪੰਚ ਕਰ ਪਰ ਧਨ ਲਿਆਵੈ। ਕਾਹਦੇ ਵਾਸਤੇ ਜੀ? ਜਿਨ੍ਹਾਂ ਲਈ ਲਿਆ ਰਿਹਾ ਨਾ ਉਹਨਾਂ ਨੇ ਖਰਚਣਾ ਨਹੀਂ, ਲੁਟਾਉਣਾ। ਧੱਜੀਆਂ ਉਡਾਉਣੀਆਂ ਤੇਰੀ ਔਲਾਦ ਨੇ।
ਉਹਨਾਂ ਨੇ ਦਰੇਗ ਨਹੀਂ ਕਰਨਾ, ਉਹਨਾਂ ਨੇ ਸੰਜਮ ਨਹੀਂ ਵਰਤਣਾ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਮੇਰਾ ਪਿਓ ਜਿਹੜਾ ਉਹ ਚੋਰੀ ਕਰਕੇ ਲਿਆ ਰਿਹਾ, ਰਿਸ਼ਵਤ ਖਾ ਕੇ ਲਿਆ ਰਿਹਾ, ਠੱਗੀ ਮਾਰ ਕੇ ਲਿਆ ਰਿਹਾ। ਇਸ ਲਈ ਬਚਨ ਸਾਹਿਬ ਨੇ ਵਰਤਿਆ ਸੁੱਤ ਦਾਰਾ ਪੈ ਆਣ ਲੁਟਾਵੇ। ਹੁਣ ਜਦੋਂ ਲੁਟਾਏਗਾ ਫਿਰ ਔਗਣ ਵੀ ਆਉਣਗੇ, ਬਰਿਆਈਆਂ ਵੀ ਆਉਣਗੀਆਂ ਜੀ। ਜਦੋਂ ਉਹੀ ਧਨ ਲੁਟਾਏਗਾ, ਕੁਦਰਤੀ ਹੈ ਨਾ ਜੀ, ਜਦੋਂ ਲੁਟਾਉਣਾ ਤੇ ਫਿਰ ਦੁਨੀਆ ਦੇ ਐਬ ਵੀ ਆਉਣੇ ਆ। ਇਕੱਲੇ ਐਬ ਨਹੀਂ ਆਉਣੇ, ਧਨ ਵੀ ਰੋਗੀ ਹੋਣਾ। ਸ਼ਾਇਦ ਘਰ ਵਿੱਚ ਸੰਜਮ ਦੇ ਨਾਲ ਮੂੰਗੀ ਦੀ ਦਾਲ ਨਾਲ ਖਾ ਲੇ, ਤੇ ਜਿੱਦਣ ਲੁਟਾਉਣ ਤੇ ਆਇਆ ਉਦਣ ਕਹਿੰਦਾ ਨਹੀਂ ਉੱਥੇ ਚੱਲਦੇ ਆ ਜਿੱਥੇ 5000 ਦਾ ਬਿੱਲ ਬਣਦਾ। ਤੇ ਫਿਰ ਉਹ ਕੀ ਆਏਗਾ ਨਾਲ? ਰੋਗ ਵੀ ਆਉਣਗੇ, ਮਨ ਦੇ ਵੀ ਰੋਗ ਆਉਣਗੇ, ਤਨ ਦੇ ਵੀ ਰੋਗ ਆਉਣਗੇ। ਕਿਉਂ ਆਪਣੇ ਘਰ ਰੋਗ ਲੈ ਕੇ ਆ ਰਿਹਾ, ਨਾਲੇ ਆਪਣੇ ਸਿਰ ਤੇ ਪੰਡ ਚੁੱਕ ਰਿਹਾ ਪਈ। ਤੇ ਕੀ ਕਰਿਆ ਕਰ? ਸਾਹਿਬ ਕੀ ਸਮਝਾਉਂਦੇ? ਮਨ ਮੇਰੇ ਭੂਲੇ ਕਪਟ ਨਾ ਕੀਜੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਮੇਰੇ ਭੂਲੇ ਕਪਟ ਨਾ ਕੀਜੈ, ਮਨ ਮੇਰੇ ਭੂਲ ਕਪਟ ਨਾ। ਅੰਤ ਨਬੇਰਾ ਤੇਰੇ ਜੀ ਪੈ ਲੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ, ਨਿਬੇਰਾ ਤੇਰੇ ਜੀ ਪੈ ਲੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਕੋ ਕਾਹੂ ਕੋ ਨਾਹੀ। ਇਹ ਸਾਰਾ ਤੇਰੇ ਫਰਜ਼ ਨੇ, ਠੀਕ ਹੈ, ਨਿਭਾਉਣੇ ਆ। ਮਾਂ ਪਿਓ ਨੇ ਸਾਡੇ ਵਾਸਤੇ ਫਰਜ਼ ਨਿਭਾਏ ਆ। ਮਾਂ ਨੇ ਕੁੱਖ 'ਚ ਰੱਖ ਕੇ ਸਾਨੂੰ ਪਾਲਿਆ, ਅਸੀਂ ਅਹਿਸਾਨ ਮੰਨਦਾ, ਅਹਿਸਾਨ ਨਹੀਂ ਭੁੱਲਣੇ। ਸਾਨੂੰ ਹੱਥਾਂ ਵਿੱਚ ਪਾਲਿਆ, ਸਾਨੂੰ ਜਵਾਨ ਕੀਤਾ। ਅਸੀਂ ਆਪਣੇ ਬੱਚਿਆਂ ਪ੍ਰਤੀ, ਆਪਣੀਆਂ ਭੈਣਾਂ ਪ੍ਰਤੀ, ਆਪਣੇ ਜਿੰਨਾ ਵੀ ਇਹ ਤਾਣਾ ਬਾਣਾ ਵਾਹਿਗੁਰੂ ਜੀ ਨੇ ਸਮਾਜ ਸਿਰਜਿਆ, ਕੁਰਬਾਨ ਕੀਤਾ। ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ, ਜੋੜਿਆ ਹੋਇਆ ਸੰਸਾਰ ਨੂੰ। ਇੱਟ ਜੋੜ ਕੇ ਬਿਲਡਿੰਗ ਬਣਾਉਣੀ ਹੁੰਦੀ ਹੈ ਨਾ ਜੀ, ਤੇ ਸਿਆਣੇ ਕਾਰੀਗਰ ਸੀਮਟ ਲਾ ਲਾ ਕੇ ਜੋੜਦੇ ਨੇ। ਜੇ ਵਿੱਚ ਸੀਮਟ ਨਾ ਭਰਿਆ ਜਾਏ ਤੇ ਇੱਟਾਂ ਉਖੜ ਜਾਣਗੀਆਂ। ਇਦਾਂ ਵਾਹਿਗੁਰੂ ਜੀ ਨੇ ਸਮਾਜ ਨੂੰ ਜੋੜਿਆ ਹੋਇਆ। ਪਰ ਗੁਰੂ ਕੇ ਸਿੱਖਾ ਇਹ ਚੇਤੇ ਰੱਖੀ ਕਿ ਇਹ ਸਫ਼ਰ ਹੈ, ਮੰਜ਼ਲ ਨਹੀਂ ਹੈ। ਸਫ਼ਰ ਵਿੱਚ ਬੜੇ ਲੋਕ ਮਿਲਦੇ ਨੇ, ਚੰਗਾ ਵਿਹਾਰ ਹੋਣਾ ਚਾਹੀਦਾ ਹੈ, ਚੰਗੀ ਸਾਂਝ ਹੋਣੀ ਚਾਹੀਦੀ ਹੈ, ਚੰਗੇ ਬੋਲ ਹੋਣੇ ਚਾਹੀਦੇ ਆ, ਚੰਗਾ ਇੱਕ ਦੂਜੇ ਪ੍ਰਤੀ ਵਰਤਾਰਾ ਹੋਣਾ ਚਾਹੀਦਾ ਹੈ। ਪਰ ਯਾਦ ਰੱਖੀ, ਜਿਹਦਾ ਸਟੇਸ਼ਨ ਆਉਣਾ ਉਹਨੇ ਉੱਤਰ ਜਾਣਾ। ਇਹ ਜ਼ਿੰਦਗੀ ਸਫ਼ਰ ਹੈ, ਅਸੀਂ ਮੁਸਾਫਰ ਹਾਂ। ਜੇਤੇ ਜੀ ਤੇਤੇ ਵਣਜਾਰੇ, ਖੁੱਲਿਆ ਹੱਟ ਹੋਵਾ ਵਪਾਰ। ਤੇ ਜਿੰਨੇ ਵੀ ਆਏ ਆ, ਜੋ ਆਇਆ ਸੋ ਚੱਲਣ ਹਾਰ, ਸਭ ਜਾਣ ਵਾਲੇ ਹਾਂ। ਕੋ ਕਾਹੂ ਕੋ ਨਾਹੇ, ਮਾਤ ਪਿਤਾ ਬਨਤਾ ਸੁੱਤ ਬੰਦਪ, ਉਸਤਾਦ ਜੀ ਨੇ ਵਿਦਿਆ ਦਿੱਤੀ ਹੈ, ਸਤਿਕਾਰ ਕਰੀਏ ਜੀ। ਮਾਂ ਪਿਓ ਹੈ, ਜਨਮ ਦਿੱਤਾ, ਸਤਿਕਾਰ ਕਰੀਏ। ਮਾਤ ਪਿਤਾ ਬਨਤਾ ਸੁੱਤ ਬੰਦਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ, ਕੋ ਨਾ ਸਹਾਈ। ਵੈਦੋ ਨਾ ਬਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ। ਜਹਾਂ ਪੰਥ ਤੇਰਾ ਕੋ ਨਾ ਸੰਜਾਣੂ, ਹਰ ਕਾ ਨਾਮ ਤੈ ਨਾਲ ਪਛਾਣ। ਨਾ ਕੋਈ ਵੈਦ। ਸਿਕੰਦਰ ਨੇ ਸੰਸਾਰ ਜਿੱਤਣ ਦਾ ਤਹਈਆ ਕੀਤਾ, ਵਕਤ ਆਇਆ ਨਹੀਂ ਸੀ ਟਲਣਾ, ਕਿਸੇ ਦਾ ਵੀ ਨਹੀਂ ਟਲਦਾ ਜੀ, ਕੋਈ ਰਾਣਾ ਹੋਵੇ ਜਾਂ ਰੰਕ ਹੋਵੇ। ਇਹਦਾ ਮਾਣ ਮੂਣ ਨਾ ਕਰ, ਕੋਈ ਇਹ ਖੇਡ ਨਹੀਂ ਹੈਗੀ। ਕਿਸੇ ਨੂੰ ਕੋਈ ਪਾਈਆ ਮਿੱਟੀ ਵੱਧ ਲੱਗ ਗਈ ਹੈ, ਕਿਸੇ ਨੂੰ ਘੱਟ ਲੱਗ ਗਈ ਹੈ, ਐਵੇਂ ਨਾ ਵੇਖੀ ਜਾਇਆ ਕਰ ਇਹਨੂੰ। ਠੀਕ ਹੈ, ਇਹ ਵਾਹਿਗੁਰੂ ਜੀ ਨੇ ਦਾਤ ਦਿੱਤੀ ਹੈ, ਇਹਨੂੰ ਸੋਹਣਾ ਸਾਫ ਸੁਥਰਾ ਰੱਖੋ, ਉਜਲਾ ਰੱਖੋ। ਵਾਹਿਗੁਰੂ ਜੀ ਦੀ ਦਾਤ ਹੈ, ਪਰ ਇਹ ਸਿਰਫ ਵਹੀਕਲ ਹੈ, ਇਹ ਸਫ਼ਰ ਦਾ ਸਾਧਨ ਹੈ, ਸੋਰਸ ਆਫ ਜਰਨੀ ਹੈ ਇਹ। ਅੱਗੇ ਤੇ ਮੰਜ਼ਲ ਤੇ ਗਾਹ ਹੈ, ਪਹੁੰਚ ਉੱਥੇ। ਤੋ ਬਸ ਤਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਕਦ ਇਹਨੂੰ ਹੀ ਤੱਕੀ ਜਾਂਦਾ, ਇਹਨੂੰ ਹੀ ਪਾਲੀ ਜਾਂਦਾ। ਅਨਕ ਯਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਜੋ ਤਨ ਉਪਜੋ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਕੋ ਕਾਹੂ ਕੋ ਨਾ ਹੈ। ਕਿਹਦੀ ਆਸ ਰੱਖੇਗਾ? ਮਿੱਟੀ ਦੀਆਂ ਢੇਰੀਆਂ ਇਕੱਠੀਆਂ ਕੀਤੀਆਂ ਹੋਈਆਂ, ਵਿੱਚ ਵਾਹਿਗੁਰੂ ਜੀ ਨੇ ਆਪਣੀ ਕਲਾ ਵਰਤਾਈ ਹੈ।
ਤੇ ਜਦੋਂ ਜੋਤ ਖਿੱਚਦਾ ਤੇ ਮਿੱਟੀ ਹੋ ਜਾਂਦੀ ਹੈ, ਜੋਤ ਖਿੰਚੈ ਢਹਿ ਢੇਰੀ ਹੋਏ। ਕਬੀਰ ਧੂਰ ਸਕੇਲ ਕੈ ਪੁਰੀਆ ਬਾਂਦੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਤੇ ਖੇ ਦਾ ਮਾਣ ਕਰੇਗਾ ਤੂੰ, ਖੇ ਨਾਲ ਜੁੜੇਗਾ, ਸਭ ਕੀ ਹੈ। ਜਿੱਦਨ ਇਹ ਸਮਝ ਆ ਗਈ ਕੱਲਾ ਮੋਹ ਹੀ ਨਹੀਂ ਛੁੱਟਣਾ, ਨਫ਼ਰਤ ਵੀ ਛੁੱਟਣੀ ਹੈ। ਸਭ ਮਾਟੀ ਕੋ ਪੁਤਲਾ ਕੈਸੇ ਨਚਤ ਹੈ। ਤੇ ਇਹ ਮਿੱਟੀ ਦੇ ਪੁਤਲਿਆਂ ਨਾਲ ਕਾਹਦੀ ਨਫ਼ਰਤ ਜੀ, ਕਾਹਦਾ ਵੈਰ। ਇਹ ਮਿੱਟੀ ਦੇ ਭਾਂਡੇ ਅੱਜ ਨਹੀਂ ਭਲਕੇ ਅਸੀਂ ਟੁੱਟ ਜਾਣਾ, ਦੂਜਿਆਂ ਨੇ ਵੀ ਟੁੱਟ ਜਾਣਾ। ਸੱਚੀ ਮੁੱਚੀ ਬਾਣੀ ਸਮਝ 'ਚ ਆ ਗਈ। ਮਾਫ ਕਰਿਓ, ਬਾਣੀ ਨੂੰ ਅਸੀਂ ਤੇ ਸਮਝ ਲਿਆ ਪਦਾਰਥਾਂ ਦਾ ਬਿਜ਼ਨਸ। ਸਵਰਗ ਨਰਕ ਵਾਲੀ ਖੇਡ ਨਹੀਂ ਉਹ ਗੁਰਮੁਖੋ। ਕਦੀ ਬਾਣੀ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਕੇ ਵੇਖੀਏ, ਸਕੂਨ ਹੀ ਬੜਾ ਆਉਣਾ ਜੀ। ਛਾਤੀ ਲੈ ਜਾਣੀ ਹੈ ਸਿਰ ਤੋਂ, ਐਵੇਂ ਗਧੇ ਵਾਂਗੂ ਚੁੱਕੀ ਫਿਰਦੇ ਆ। ਸੱਚੀ ਮੁੱਚੀ ਜਿਉਣ ਦਾ ਆਨੰਦ ਉਦੋਂ ਆਉਣਾ ਜਿੱਦਣ ਬਾਣੀ ਨੂੰ ਜਿਉਣ ਲੱਗ ਪਏ। ਵੀ ਐਵੇਂ ਹੀ ਬੋਝ ਚੁੱਕਿਆ ਹੋਇਆ ਸੀ ਜੀ। ਸਿਕੰਦਰ ਕੋਲ ਵੈਦ ਬੜੇ ਨੇ, ਸਿਕੰਦਰ ਕੋਲ ਧਨ ਬੜਾ ਹੈ, ਸਿਕੰਦਰ ਕੋਲ ਫੌਜ ਬੜੀ ਹੈ। ਮੌਤ ਆ ਗਈ, ਉਹ ਲੱਖਾਂ ਆਲੇ ਦੁਆਲੇ ਪਹਿਰੇਦਾਰ, ਨੌਕਰ ਚਾਕਰ, ਫੌਜਾਂ ਸਭ ਛੁੱਟ ਗਿਆ ਜੀ। ਖਿੰਨ ਮੈਂ ਭਈ ਪਰਾਈ। ਸਾਡੀ ਕਹਾਣੀ ਹੈ ਸਾਧ ਸੰਗਤ ਜੀ। ਅਸੀਂ ਲੋਕਾਂ ਦੇ ਭੋਗਾਂ ਤੇ ਜਾ ਕੇ ਸਿਰਫ ਇਹ ਸੋਚਦੇ ਹਾਂ ਇਹਦਾ ਭੋਗ ਪਿਆ, ਇਹ ਗੁਜ਼ਰਿਆ। ਅਸੀਂ ਵੀ ਤਾਂ ਗੁਜ਼ਰ ਰਹੇ ਹਾਂ। ਜਿੱਦਣ ਸੱਥਰ ਵਿਛਣਾ ਉਦਣ ਹੀ ਥੋੜਾ ਗੁਜ਼ਰਨਾ ਹੈ, ਰੋਜ਼ ਗੁਜ਼ਰ ਰਹੇ ਹਾਂ। ਉਦਣ ਤੇ ਕਹਿੰਦਾ ਹਾਏ ਬੰਦਾ ਗੁਜ਼ਰ ਗਿਆ, ਤੂੰ ਵੀ ਤਾਂ ਰੋਜ਼ ਗੁਜ਼ਰ ਰਿਹਾ। ਬੀਤ ਜੈ ਹੈ ਜਨਮ ਕਾਜੇ। ਹਜ਼ੂਰ ਕਹਿੰਦੇ ਉਹ ਤੇ ਸਿਰ ਤੇ ਖੜਾ ਕਾਲ ਤੋਂ ਪਹੁੰਚਿਆ ਆਣ, ਕਹਾਂ ਜਾਏ ਹੈ ਭਾਗ ਰੇ। ਜਿੱਦਣ ਸਿਰ ਤੇ ਖੜ ਗਈ ਨਾ ਮੌਤ ਤੇ ਅੱਖਾਂ ਖੁੱਲੀਆਂ, ਜਾਗਿਆ ਸਿਕੰਦਰ, ਜਿਹੜਾ ਕਹਿੰਦਾ ਸੀ ਸਾਰੇ ਜੱਗ ਨੂੰ ਜਿੱਤਣਾ। ਸਿਕੰਦਰ ਕਹਿੰਦਾ ਮੇਰੀ ਤਮੰਨਾ ਆ, ਤਿੰਨ ਗੱਲਾਂ ਕਹੀਆਂ ਜੀ। ਕਹਿੰਦੇ ਇੱਕ ਤੇ ਜਦੋਂ ਮੇਰੀ ਅਰਥੀ ਲੈ ਕੇ ਤੁਰੋ ਮੇਰੇ ਹੱਥ ਬਾਹਰ ਰੱਖਿਓ। ਜਨਾਜ਼ਾ ਜਦੋਂ ਮੇਰਾ ਜਾਵੇ ਮੇਰੇ ਹੱਥ ਬਾਹਰ ਹੋਵਣ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਵੀ ਕੱਖ ਵੀ ਨਹੀਂ ਹੱਥਾਂ 'ਚ। ਕੋ ਕਾਹੂ ਕੋ ਨਾਹੇ, ਕਿੱਥੇ ਤੈਂਡੇ ਮਾਪੇ ਜਿਨੀ ਤੂੰ ਜਣੇ ਹੋਏ। ਕਿਹਦਾ ਝੋਰਾ ਕਰ। ਮਹਾਰਾਜ ਕਹਿੰਦੇ ਇੱਕ ਗੱਲ, ਅਵਰ ਮੂਏ ਕਿਆ ਰੋਈ ਹੈ ਜੋ ਆਪਾ ਥਿਰ ਨਾ ਰਹਾਏ। ਜਿਹੜੀ ਸੁਰਤ ਸਾਡੀ ਢਹਿੰਦੀ ਕਲਾ 'ਚ ਜਾਂਦੀ ਹੈ ਨਾ ਜੀ, ਛੱਡ ਦੋ, ਇਹ ਬਹੁਤ ਚੜ੍ਹਦੀ ਕਲਾ 'ਚ ਚਲੀ ਜਾਏਗੀ ਜਦੋਂ ਅਸੀਂ ਬਾਣੀ ਦੇ ਪਰ ਲਾ ਲਏ। ਅਸੀਂ ਤੇ ਇੱਥੇ ਹੀ ਵੱਜੇ ਪਏ ਹਾਂ ਜੀ, ਸਫ਼ਰ ਦੇ ਪੜਾਅ ਉੱਤੇ ਰੁਕੇ ਹਾਂ, ਗਏ ਕਿਤੇ ਵੀ ਨਹੀਂ ਅਸੀਂ। ਹੱਥ ਬਾਹਰ ਹੋਣ। ਦੂਜੀ ਤਮੰਨਾ, ਦੂਜੀ ਉਹਨਾਂ ਨੇ ਆਖਰੀ ਖਾਹਿਸ਼ ਦੱਸੀ, ਮੇਰੀ ਅਰਥੀ ਨੂੰ, ਮੇਰੇ ਜਨਾਜ਼ੇ ਨੂੰ ਮੇਰੇ ਵੈਦ, ਮੇਰੇ ਡਾਕਟਰ ਜਿਹੜੇ ਨੇ ਹਕੀਮ, ਉਹ ਚੁੱਕ ਕੇ ਲਿਜਾਣ। ਤੀਸਰੀ ਉਹਨਾਂ ਨੇ ਆਪਣੀ ਖਾਹਿਸ਼ ਦੱਸੀ ਕਿ ਜਿੰਨੇ ਮੇਰੇ ਜਵਾਹਰਾਤ ਨੇ ਮੈਂ ਕਮਾਏ, ਮੇਰਾ ਖਜ਼ਾਨਾ ਹੈ, ਉਹ ਮੇਰੇ ਜਨਾਜ਼ੇ ਦੇ ਰਾਹ ਵਿੱਚ ਵਿਛਾ ਦਿੱਤਾ ਜਾਏ। ਲੋਕਾਂ ਨੂੰ ਪਤਾ ਲੱਗੇ ਆ ਪੈਰਾਂ 'ਚ ਰੁਲ ਰਿਹਾ ਇਹਦਾ ਖਜ਼ਾਨਾ, ਜਿਹਨੂੰ ਸਿਰ ਤੇ ਚੱਕੀ ਫਿਰਦਾ ਸੀ। ਕਿੱਥੇ ਗਿਆ ਰਾਜ ਭਾਗਾ ਖਾਲੀ ਹੱਥ। ਕਿੱਥੇ ਗਏ ਵੈਦ ਜਿਹੜੇ ਕੋਲ ਨਬਜ਼ ਫੜ ਕੇ ਬੈਠੇ ਰਹਿੰਦੇ ਸੀ, ਅਸੀਂ ਸਾਹ ਨਹੀਂ ਰੁਕਣ ਦੇਣੇ, ਉਹੀ ਛੱਡ ਕੇ ਆ ਰਹੇ ਮੜੀਆਂ 'ਚ। ਕੋ ਕਾਹੂ ਕੋ ਨਾਹੀ, ਹਾਂ ਇਹਨੂੰ ਵਰਤ ਲੈ, ਇਹਦੇ ਪ੍ਰਤੀ ਫਰਜ਼ ਨਿਭਾ ਲੈ, ਇਹਦਾ ਸੁੱਖ ਲੈ ਲੈ। ਇਹ ਵੀ ਸੁੱਖ ਦਿੰਦੇ, ਆਪ ਛੱਤ ਹੈ ਸੁੱਖ ਦੇ ਰਹੀ ਹੈ ਜੀ, ਪਰ ਛੱਤ ਨੂੰ ਨਾਲ ਲੈ ਜਾਾਂਗੇ ਅਸੀਂ ਕਿਤੇ। ਜਿੰਨੀ ਦੇਰ ਇੱਥੇ ਆ ਓਨੀ ਦੇਰ ਇਹਦੀ ਛਾਂ ਮਾਣ ਲਈ, ਫਿਰ ਤੁਰ ਪੈਣਾ ਕਿ। ਸੋ ਬੜੇ ਪਿਆਰ ਨਾਲ ਮਹਾਰਾਜ ਸਮਝਾ ਰਹੇ ਆ ਸਾਧ ਸੰਗਤ, ਹੇ ਦਾਤਾ ਤੇਰੇ ਮਿੱਠੇ ਜੇ ਬੋਲ, ਤੇਰੇ ਪਿਆਰੇ ਬੋਲ ਮੈਂ ਆਪਣੇ ਸਮਝ ਕੇ ਮੰਨ ਲਵਾਂ, ਇਹ ਮੇਰੇ ਸਿਰ ਤੇ ਹੱਥ ਰੱਖਿਓ। ਬੋਲ ਅਰਥ ਨਹੀਂ ਔਖੇ, ਤੁਹਾਨੂੰ ਸਾਰਿਆਂ ਨੂੰ ਆਉਂਦੇ ਆ। ਸਿਰਫ ਇੱਥੇ ਬੈਠ ਕੇ ਤੇ ਆਹਿਦ ਕਰਨਾ ਵੀ ਹੇ ਦਾਤਾ ਜੀ ਜੋ ਕਹੋਗੇ ਮੈਂ ਮੰਨਾਂਗਾ, ਇਹ ਵਾਅਦਾ ਕਰਨਾ। ਤੇ ਇਸ ਵਾਅਦੇ ਦੇ ਨਾਲ ਨਾ ਸੁਰਤ ਜੋੜੋ ਤੇ ਪਿਆਰ ਵਿੱਚ ਜੁੜ ਕੇ ਸਭ ਆਖੋ ਇੱਕ ਵਾਰ, ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਨਾਵਾ।
प्रीतम जान लेहो मन माही, अपने सुख से ओही जग फांदेओ, को काहू को नाही। गुरु पातशाह आप जी रुझे हो पूरा वरा सतगुरां दी शताब्दी 400 साला। भावें हालात बड़े नाजुक सी पर कौम दी संस्था श्रोमणी गुरुद्वारा प्रबंधक कमेटी ने, समुचे पंथ ने, सारियां संस्थावां ने बड़े प्यारे ढंग दे नाल जिथे जिथे जिन्ना योगदान। और इस वारी एक गल बड़ी मुबारक हुई साध संगत, वेखो ये भी मैं समझदा वाहिगुरू जी की बख्शिश ही है। जिहड़ी गल गुरु साहब ने सानू कही ना दुख दारू, ये भी बख्शिश ही है। इकट्ठ नहीं होए ये भी भला ही है, नहीं तो साडियां शताब्दियां तो बाद माफ़ करियो चर्चा पता की हुंदी सी, बर्गर दे लंगर, पीजियां दे लंगर, शानो शौकत शामियाना। नहीं, इस वारी 100% प्यार वालियां ने घरां च बैठ के, जे बहुता नहीं तो मैनू 100% सिख मिले जिन्हां ने सतगुरु जी के घट्टो घट्ट 57 सलोकां नूं अपने नितनेम का हिस्सा बनाया। इसलिए इस वारी पीजे बर्गरां की चर्चा नहीं हुई, इस वारी बाणी की चर्चा हुई। बहुत सारे सिख 100% जिन्ने कि मेरे संपर्क च आए, इत्थों ही मैं बेनती की सी शताब्दी तो पहला, बाकी भी गुरसिख सारे बेनतियां करते हैं और ये रिजल्ट निकले जी बड़े पॉजिटिव। गुरु के शब्द के नाल सुरत जोड़ी, हुण भी तुसी लगे हो, भला होएगा साडा, रस लिया करो। साहब कहते प्यारे प्रीतम, वेखो गुरु तेग बहादुर महाराज नाल जदों तुसी गल्लां करोगे ना जी, सतगुरु जी बड़ी इज्जत दे के गल करते हैं। साधो इदां कहंदे ना जी, सानू कहंदे किन्ना सन्मान दे के, साधो मन का मान त्यागो, साधो रचना राम बनाई, प्रीतम जान हे मेरे प्यारे, हे मेरे सज्जन। इन्ना प्यार करके गुरु तेग बहादुर महाराज बुलाते हैं। कहते एक गल चंगी तरह समझ लै, सारा जड़ा ताना बाना है अपने अपने स्वार्थ करके है। ते जे तू कहें भी मेरा किसी ने सहाई होना, अंत एको सहाई राम है, किसी ने नहीं मदद करनी। सत्कार इज्जत कर मापियां दा, पाल अपने बच्चों नूं, फर्ज निभा पत्नी प्रति, सज्जन मित्र सारा ताना बाना। पर ये चेते च रखी, तेरा कमाया होया तेरे नाल जाना है। ये ना सोची कि 1 लाख पूत 1.25 लाख नाती कहंदे आ बड़े उडंबर है, ते सतगुरु जी कहंदे होणगे ते रावण घर दिया ना बाती। कित्थे गया जी सारा पसारा। ये बहुत चंगी तरह समझ लै मित्रा। दाता जी कहंदे कित्थों तक हुंदा रिश्ता, दिहरे बैठी माता रोवै, खटिया ले गए भाई। किन्नियां भुब्बां मारदियां, किन्नियां चीकां मारदियां, रोंदे आ ना जी। कित्थों तक, हाय वो दरवाजे तक, हाय ना लैके जाओ, हाय कोई नहीं रखदा, रे बौरे तोहे घरी ना राखत कोई। लट छटकाए त्रेया रोवै, हंस अकेला जाए, को काहू को ना है। इस वास्ते रिश्ते नहीं छड्ड के भजना। वो मना किया गुरु तेग बहादुर जी ने जदों क्या, काहे रे बन खोजन जाई, सर्ब निवासी सदा अलेपा तो ही संग समाई। उन्हें क्या, तू ना तुर पी किते बना नूं, लोकी तुरे होए आ गुफावां विच कुंदरां विच, पता नहीं कित्थे कित्थे जाके बैठ रहे आ। नहीं नहीं, तू नहीं जाना, तेरे नाल वाहिगुरू जी रहिंदा है। इत्थे इत्थे उहनूं खोजण दा यतन कर। इहदे च बचन बड़ा सोहना आया, बाहर भीतर एको जाना, ये गुर ज्ञान बताई। अंदर बाहर रब वरत रहा, किते नहीं तैनूं जाण दी लोड़। इहदा मतलब ये ना समझी कि जंगलां नूं तुर पईए, पर यह जरूर समझ लई भी ये मकसद नहीं है, फर्ज है। निभा मकसद ना भुल्ली। ते मकसद की है,
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੇਰਾ ਮਕਸਦ ਏਡਾ ਵੱਡਾ ਹੈ ਕਿ ਤੂੰ ਰੱਬ ਬਣਨਾ, ਰੱਬ ਵਿੱਚ ਲੀਨ ਹੋਣਾ ਤੂੰ। ਏਡਾ ਵੱਡਾ ਮਕਸਦ ਦਿੱਤਾ ਉਹਨਾਂ ਨੇ ਸਾਨੂੰ। ਸੋ ਇੱਥੇ ਜਿੱਥੇ ਤੂੰ ਉਲਝਿਆ ਹੋਇਆ ਨਾ, ਇੱਥੇ ਕੋਈ ਨਹੀਂ ਕਿਸੇ ਦਾ। ਸਭ ਆਪਣੀ ਆਪਣੀ ਵਾਰੀ ਵਿੱਚ ਹੈ, ਸਭ ਆਪੋ ਆਪਣੇ ਸੰਜੋਗ ਵਸ ਇਕੱਠੇ ਹੋਏ ਆ। ਅੰਤੈ ਕੋ ਨਾ ਸਹਾਈ, ਕਿਸੇ ਨਾਲ ਕੋਈ ਨਹੀਂ ਨਿਭਦਾ। रहाओ सुख में आन बहुत मिल बैठत, रहत चाहूं दिस की रह, विपत परी सब ही संग छाड़ित, को ना आवत नेरा। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਉਦੋਂ ਤੇ ਫਿਰ ਇਕੱਲਿਆਂ ਹੀ ਲੇਖਾ ਨਾ। ਅੰਤ ਨਵੇਰਾ ਤੇਰੇ ਜੀਵ, ਜਿੰਦ ਨਿਮਾਣੀ ਕੱਢੀਆ ਹੱਡਾਂ ਕੂਕੜ ਕਾਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪ੍ਰਣਾਏ। ਦਰ ਲਏ ਲੇਖਾ ਪੀੜ ਛੁਟੈ, ਨਾਨਕਾ ਜਿਉ ਤੇਲ। ਕਿਤੇ ਤਿਲ ਪਿੜਦੇ ਵੇਖੇ ਕੋਲੂ ਚ, ਏਦਾਂ ਸੱਚ ਨਿਤਰਨਾ ਮਿੱਤਰਾ। ਇਹ ਗੱਲ ਕਦੀ ਨਾ ਵਿਸਾਰੀ ਭਲਿਆ ਪੁਰਖਾ। ਤੈਨੂੰ ਮਿੱਤਰ ਬਣਾ ਕੇ ਕਹਿ ਰਹੇ ਆ, ਆਪਣਾ ਜਾਣ ਕੇ ਕਹਿੰਦੇ ਆ ਵੀ ਇਹ ਬੜੀ ਬੜੀ ਦੁਨੀਆ ਜੁੜ ਜੁੜ ਕੇ ਬਹਿੰਦੀ ਸੁੱਖਾਂ ਦੇ ਅੰਦਰ। ਜਦੋਂ ਤੇਰੇ ਸਿਰ ਤੇ ਬਣਨੀ ਹੈ ਨਾ, ਉਦੋਂ ਤੂੰ ਹੀ ਹੰਡਾਉਣਾ। ਆਪੇ ਬੀਜ ਆਪੇ ਹੀ ਖਾ। ਤੋ ਇਹ ਬੀਜਣ ਲੱਗਿਆਂ ਚੇਤਾ ਰੱਖੀ। ਇਹ ਨਾ ਸੋਚੀ ਵੀ ਇਹ ਇਦਾਂ ਹੀ ਰਹਿਣਾ ਮੇਰੇ ਦੁਆਲੇ ਰੌਣਕਾਂ, ਨਹੀਂ ਰਹਿਣੀਆਂ ਸਾਧ ਸੰਗਤ। ਥੋੜਾ ਜਿਹਾ ਹੁਣ ਜਦੋਂ ਅਸੀਂ ਪੜਾਂਗੇ ਨਾ ਬਾਣੀ ਨੂੰ ਜੀ, ਤੇ ਮਹਾਰਾਜ ਇੱਕਦਮ ਸਾਡੀ ਸੋਚ 'ਚ ਸਹਿਜ ਲੈ ਆਉਂਦੇ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਵਿਖਿਆਨ ਸਿਉ ਕਾਹੇ ਰਚਿਓ, ਨਿਮਖ ਨਾ ਹੋ ਉਦਾਸ। ਕਿਉਂ ਇਧਰੋਂ ਕਿਉਂ ਨਹੀਂ ਉਹ ਉਪਰਾਮ ਹੁੰਦਾ? ਇੱਥੇ ਤੇ ਬੈਠਾ ਉਪਰਾਮ ਹੋ ਜਾਂਦਾ ਜੀ। ਕੀਰਤਨ ਸੁਣਦਾ ਤੇ ਉਪਰਾਮ ਹੋ ਜਾਂਦਾ, ਸ਼ਬਦ ਸੁਣਦਾ ਤੇ ਤੂੰ ਵਾਸੀਆਂ ਮਾਰਨ ਲੱਗ ਪੈਂਦਾ। ਕਹਿੰਦਾ ਨੀਂਦ ਬੜੀ ਛੇਤੀ ਆਉਂਦੀ ਹੈ, ਟੈਲੀਵਿਜ਼ਨ ਵੇਖਦਿਆਂ ਨੀਂਦ ਨਹੀਂ ਆਉਂਦੀ ਤੈਨੂੰ। ਪਿਆਰ ਕਰਦੀ ਹੈ ਬਾਣੀ, ਸਵਾਰਦੀ ਹੈ ਜ਼ਿੰਦਗੀ ਨੂੰ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਚੇਤਾ ਰੱਖੀ, ਵਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰਾ। ਜਦੋਂ ਤੇਰੇ ਜੀ ਪੈ ਲੀਜਿਆ ਨਾ ਨਵੇਰਾ, ਉਦੋਂ ਕਿਸੇ ਨੇ ਤੇਰੇ ਨੇੜੇ ਨਹੀਂ ਟੁਕਣਾ। घर की नार बहुत हित जास्यो, सदा रहत संग लागी, जब ही हंस तजिए काया, प्रेत प्रेत कर भागी। मुर्दा हो गया फिर मुर्दा, ਉਹੀ ਅੱਖਾਂ ਨੇ, ਉਹੀ ਮੂੰਹ ਹੈ, ਉਹੀ ਸਭ ਕੁਝ ਹੈ। ਫਿਰ ਕਹਿੰਦੇ ਮੁਰਦਾ ਹੋ ਗਿਆ। ਫਿਰ ਸਰੀਰ 'ਚੋਂ ਬਦਬੂ ਵੀ ਆਉਣ ਲੱਗ ਪਈ। ਪਹਿਲਾਂ ਕੌਣ ਸੀ ਅੰਦਰ? ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਵਾਹਿਗੁਰੂ। ਜਬ ਲਗ ਜੋਤ ਕਾਇਆ ਮੈਂ ਵਰਤੈ। ਜਿੰਨੀ ਦੇਰ ਅੰਦਰ ਜੋਤ ਵਰਤ ਰਹੀ ਹੈ, ਉਨੀ ਦੇਰ ਪਸ਼ੂ ਨੂੰ ਸੋਝੀ ਨਹੀਂ ਆਈ। ਤੇ ਜਦੋਂ ਬਿਸਰੇ ਰਾਜ ਰਸ ਭੋਗ, ਸੁਪਨੇ ਸੇਤੀ ਚਿੱਤ ਮੂਰਖ ਹੋ, ਇੰਨਾ ਮਿੱਠਾ ਸੁਪਨਾ ਲੱਗ ਰਿਹਾ ਸੀ, ਸੁੱਤਾ ਪਿਆ। ਤੇ ਜਦੋਂ ਅੱਖਾਂ ਖੁੱਲੀਆਂ ਫਿਰ ਅੱਬੜਵਾਇਆ ਉੱਠਦਾ, ਜਾਗਤ ਪਖਲਾਇਆ। ਤੋ ਦਾਤਾ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਵੀ ਜਿਹਨੂੰ ਸਮਝ ਨਾ ਸਭ ਕੁਝ ਹੈ, ਘਰ ਦੀ ਇਸਤਰੀ ਹੈ। ਕਈ ਵਾਰੀ ਤੇ ਰਿਸ਼ਤੇ ਟੁੱਟ ਜਾਂਦੇ, ਮਾਂ ਪਿਓ ਨੂੰ ਵੀ ਧੱਕੇ ਦੇ ਦਿੰਦਾ ਜੀ, ਨਹੀਂ ਜੀ ਮੇਰੀ ਘਰ ਵਾਲੀ ਨਹੀਂ ਮੰਨਦੀ। ਬਹੁਤ ਹਿੱਤ ਜਾਂ ਸਿਓ, ਸਭ ਤੋਂ ਨੇੜੇ ਦਾ ਰਿਸ਼ਤਾ। ਅਰਧੰਗਣੀ ਅੰਗ, ਸਰੀਰ ਦਾ ਅੱਧਾ ਹਿੱਸਾ, ਦੋਨੋਂ ਜੁੜ ਕੇ ਪੂਰੇ ਹੁੰਦੇ ਆ। ਹਰ ਵੇਲੇ ਨੇੜੇ, ਹਮ ਰਾਜ ਹਮ ਸਫਰ, ਜਬ ਵੀ ਹੰਸ ਤਜੀਏ ਕਾਇਆ। ਇਹ ਹੰਸ ਹੈ ਅੰਦਰ ਤੇ ਤਾਂ ਹੀ ਹੈ ਸਾਰਾ ਕੁਝ। ਉਹਨੂੰ ਪਹਿਚਾਣਿਆ ਨਹੀਂ ਜਿਹਦੇ ਕਰਕੇ ਤਾਣਾ ਬਾਣਾ ਸੀ। ਉਦੋਂ ਕਹਿੰਦੇ ਮੁਰਦਾ ਹੈ, ਮੁਰਦਾ ਹੈ, ਸਭ ਭੱਜ ਗਏ। ਇਹ ਬਿਦ ਕੋ ਵਿਵਹਾਰ ਬਨਿਓ ਹੈ, ਜਾਂ ਸਿਉ ਨੇਹੁ ਲਗਾਇਓ। ਆਇਆ ਜੀ ਜਿਹਦੇ ਨਾਲ ਤੂੰ ਚਿੱਤ ਲਾ ਕੇ ਬੈਠਾ, ਇਹ ਪਰਛਾਵਾਂ ਹੀ ਹੈ ਸਾਰਾ। ਇਹ ਸਭ ਸਾਥ ਛੱਡ ਕੇ ਜਾ ਰਹੇ ਨੇ, ਜਿਹਦੇ ਨਾਲ ਤੂੰ ਹਿੱਤ ਲਾਇਆ ਹੋਇਆ ਹੈ। ਅੰਤ ਬਾਰ ਨਾਨਕ ਬਿਨ ਹਰ ਜੀ, ਕੋ ਕਾਮ ਨਾ ਆਇਓ। ਕੰਮ ਨਹੀਂ ਆਉਣਾ ਜੀ,
ਪੈਸਾ, ਪਦਵੀ, ਸ਼ੋਹਰਤ, ਇੱਟਾਂ ਦਾ ਮਹਿਲ, ਕੋਊ, ਕਾਮ, ਇਹੀ ਚੀਜ਼ਾਂ ਪਿੱਛੇ ਦੌੜ ਰਹੇ ਆ ਨਾ ਜੀ। ਇਹ ਨਹੀਂ ਕੰਮ ਆਏ। ਕੀ ਕੰਮ ਆਇਆ? ਰਾਮ ਨਾਮ ਔਰ ਮਹਿ ਗਹਿਓ, ਜਾਂ ਕੈ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਇਹ ਕੰਮ ਆਉਣਾ ਸਾਧ ਸੰਗਤ। ਤੇ ਜੋ ਕੰਮ ਆਉਣਾ ਨਾ ਉਧਰ ਵੀ ਧਿਆਨ ਦਈਏ ਜੀ। ਫਰਜ਼ ਨਿਭਾਓ, ਪਾਲੀਏ ਬੱਚੇ, ਫਰਜ਼ ਨੇ ਸਾਡੇ, ਪਰ ਨਾਲ ਸਤਿਗੁਰੂ ਜੀ ਕਹਿੰਦੇ ਵੀ ਆਪਣੀ ਜ਼ਿੰਦਗੀ ਵੀ ਸਵਾਰ ਲੈ, ਇਹਨੂੰ ਹੀ ਨਾ ਗਰਕ ਕਰ ਦੇਂ ਕਿਤੇ। ਮਹਾਰਾਜ ਸਾਰਿਆਂ ਤੇ ਬਖਸ਼ਿਸ਼ ਕਰਨ, ਬਾਣੀ ਦਾ ਰਸ ਆਵੇ, ਬਾਣੀ ਦਾ ਚਾਨਣ ਲਈਏ, ਸ਼ਬਦ ਨਾਲ ਜੁੜੀਏ। ਇੱਕ ਬੇਨਤੀ ਅੱਧੇ ਮਿੰਟ ਵਿੱਚ ਮੈਂ ਕਰਨੀ ਚਾਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਬੇਨਤੀ ਹੈ ਪਿੰਡਾਂ 'ਚ ਵਸਦੀਆਂ ਸੰਗਤਾਂ ਨੂੰ। ਇੱਕ ਨਾ ਬਹੁਤ ਵੱਡਾ ਭਰਮ ਜਿਹੜਾ ਉਹ ਪੈ ਗਿਆ, ਸਮੁੱਚੇ ਪ੍ਰਬੰਧ ਵੱਲੋਂ ਮੇਰੀ ਬੇਨਤੀ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹਨੂੰ ਉਹਨਾਂ ਸੁਨੇਹਾ ਸਮਝ ਲੈਣਾ, ਮੈਂ ਸੇਵਾਦਾਰ ਹੋਣ ਦੇ ਨਾਤੇ ਅਰਜ਼ ਕਰ ਰਿਹਾ। ਇੱਕ ਸਾਨੂੰ ਭਰਮ ਪੈ ਗਿਆ, ਜੇ ਗੁਰੂ ਸਾਹਿਬ ਦਾ ਪੱਖਾ ਬੰਦ ਕਰ ਦਿੱਤਾ ਤੇ ਪਤਾ ਨਹੀਂ ਮਹਾਰਾਜ ਨੂੰ ਪਸੀਨਾ ਆ ਜਾਣਾ। ਸਤਿਕਾਰ ਕਰੋ ਜੀ, ਜਿੰਨਾ ਹੁੰਦਾ ਕਰੋ। ਮੈਂ ਪਿੰਡਾਂ 'ਚ ਵੇਖਿਆ, ਜਾ ਕੇ ਵਿਜ਼ਿਟ ਕਰ ਰਹੇ ਹਾਂ ਪਿੰਡਾਂ 'ਚ, ਦੁਰਘਟਨਾਵਾਂ ਬੜੀਆਂ ਹੋ ਰਹੀਆਂ। ਹੁੰਦਾ ਕੀ ਹੈ ਜੀ, ਉਹ ਪੱਖੇ ਜਿਹੜੇ ਆ ਇਨਵੇਟਰ ਤੇ ਲਾਏ ਆ, ਬਿਜਲੀ ਚੱਲ ਵੀ ਗਈ, ਪੱਖਾ ਤਾਂ ਵੀ ਬੰਦ ਨਹੀਂ ਹੋਣਾ, ਤੇ ਓੜਕ ਜਦੋਂ 200 400 ਘੰਟੇ 500 ਘੰਟੇ ਪੱਖਾ ਚੱਲ ਕੇ ਤਪਣਾ ਹੀ ਹੈ, ਫਿਰ ਅੱਗ ਲੱਗ ਜਾਂਦੀ ਹੈ, ਸਰਕਲ ਸ਼ਾਰਟ ਹੁੰਦਾ ਸਾਰਾ, ਤੇ ਦੁਰਘਟਨਾਵਾਂ ਵਾਪਰ ਰਹੀਆਂ। ਇਹ ਭਰਮ ਛੱਡ ਦਿਓ, ਮੇਰੀ ਬੇਨਤੀ ਹੈ। ਆਦੇਸ਼ ਨਿਕਲਿਆ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ, ਰਾਤ ਨੂੰ ਦੀਵੇ ਜੋਤਾਂ ਜਿੱਥੇ ਜਗਦੀਆਂ ਵੀਆਂ ਉਹਨਾਂ ਨੂੰ ਬੰਦ ਕਰ ਦਿਓ। ਰਾਤ ਨੂੰ ਇਹ ਸਾਰੇ ਪ੍ਰਕਰਨ ਬਿਜਲੀ ਦੇ ਬੰਦ ਕਰ ਦਿਓ। ਸਤਿਗੁਰੂ ਜੀ ਦਾ ਅਦਬ ਜਿੰਨਾ ਹੁੰਦਾ ਉਹ ਕਰੋ, ਪਰ ਇਹ ਭੁਲੇਖਾ ਨਾ ਖਾਓ ਕਿ ਪਸੀਨਾ ਮਹਾਰਾਜ ਨੂੰ ਆ ਜਾਏਗਾ। ਸ਼ਬਦ ਗੁਰਪੀਰਾ ਗੈਰ ਗੰਭੀਰਾ, ਸੁਰਤ ਜੋੜੀਏ, ਦੁਰਘਟਨਾਵਾਂ ਤੋਂ ਜ਼ਰੂਰ ਬਚੋ। ਸਾਧ ਸੰਗਤ, ਗਰਮੀਆਂ 'ਚ ਜ਼ਿਆਦਾ ਹੁੰਦੀਆਂ, ਬਹੁਤ ਕੇਸ ਆ ਗਏ। ਤੋ ਇਹ ਸੰਸਥਾ ਵੱਲੋਂ ਤੁਹਾਡੀ ਮੈਂ ਚਰਨਾਂ 'ਚ ਸਮਝਦਾ, ਸੰਗਤ ਦੇ ਪੰਥ ਦੇ ਚਰਨਾਂ 'ਚ ਬੇਨਤੀ ਹੈ, ਜ਼ਰੂਰ ਮੰਨਿਓ ਜੀ। ਭੁੱਲਾਂ ਬਖਸ਼ਣੀਆਂ, ਅਸੀਸ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਿਦ ਕੋ ਵਿਵਹਾਰ ਬਨਿਓ ਹੈ, ਜਾ ਸਿਉ ਨੇਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ, ਕੋ ਕਾਮ ਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।